Hello students, today we will discuss about the social objectives. Now what is social objective? The objective which are designed for the society, out of which the first is supply of desired quality of product. It means कि ਜਿਹੜੇ customer product ਦੀ quality desire ਕਰਦੇ ਆ ਉਹ assume ਕਰਦੇ ਆ ਉਦਾਂ ਦੀ ਹੀ quality ਉਹਨਾਂ ਨੂੰ provide ਕਰਨੀ ਚਾਹੀਦੀ ਹੈ. Customers prefer to buy the product only when they are of satisfactory quality and are available at a reasonable price. ਕੰਜ਼ਿਊਮਰ ਪ੍ਰੋਡਕਟ ਨੂੰ ਉਦੋਂ ਹੀ ਪਰਚੇਜ਼ ਕਰਨ ਦੇ ਵਿੱਚ ਇੰਟਰਸਟਿਡ ਹੁੰਦਾ ਆ ਜਦੋਂ ਪ੍ਰੋਡਕਟ ਦੀ ਕੁਆਲਿਟੀ ਉਹਨਾਂ ਦੇ ਸੈਟਿਸਫੈਕਸ਼ਨ ਦੇ ਅਕੋਰਡਿੰਗ ਹੁੰਦੀ ਆ ਐਂਡ ਉਹ ਰੀਜ਼ਨੇਬਲ ਪ੍ਰਾਈਸ 'ਤੇ ਹੁੰਦੀ ਹੈ ਕਿ ਕਸਟਮਰ ਅਫੋਰਡ ਕਰ ਲੇ ਉਹਨੂੰ ਪਰਚੇਜ਼ ਕਰਨ ਲਈ. Today's customer is quality conscious and he expect the value for money. ਕੁਆਲਿਟੀ ਕੌਨਸ਼ੀਅਸ ਆ ਇਟ ਮੀਨਸ ਕਿ ਜਿੰਨਾ ਅਮਾਊਂਟ ਉਹ ਪਰਟੀਕੂਲਰ ਪ੍ਰੋਡਕਟ ਲਈ ਪੇ ਕਰ ਰਹੇ ਆ ਉਹ ਐਕਸਪੈਕਟ ਕਰਦੇ ਆ ਕਿ ਉਸ ਪ੍ਰੋਡਕਟ ਨੂੰ ਯੂਜ਼ ਕਰਨ ਦੇ ਅੱਗੇ ਜਿਹੜੀ ਵੈਲਿਊ ਹੈ ਉਹ ਵੀ ਉਸ ਅਮਾਊਂਟ ਦੇ ਇਕੁਅਲ ਹੀ ਹੋਣੀ ਚਾਹੀਦੀ ਆ. ਨਾ ਕੁਆਲਿਟੀ ਮੀਨਸ ਡਿਫਰੈਂਟ ਫॉर ਡਿਫਰੈਂਟ ਪ੍ਰੋਡਕਟਸ. ਹਰ ਇੱਕ ਪ੍ਰੋਡਕਟ ਦੀ ਕੁਆਲਿਟੀ ਦਾ ਮੀਨਿੰਗ ਡਿਫਰੈਂਟ ਹੁੰਦਾ ਆ. ਫॉर ਐਗਜ਼ਾਮਪਲ ਕਾਰ ਆ, ਫਰਨੀਚਰ ਆ, ਤੁਸੀਂ ਕੋਈ ਰੈਫਰੀਜਰੇਟਰ ਪਰਚੇਜ਼ ਕਰ ਰਹੇ ਹੋ, ਉਹਨਾਂ ਦੇ ਲਈ ਕੁਆਲਿਟੀ ਦਾ ਮਤਲਬ ਆ ਕਿ ਪ੍ਰੋਡਕਟ ਡਿਊਰੇਬਲ ਹੋਣਾ ਚਾਹੀਦਾ ਆ, ਲੌਂਗ ਟਾਈਮ ਲਈ ਰਨ ਕਰਨਾ ਚਾਹੀਦਾ ਆ. ਐਂਡ ਪ੍ਰੋਡਕਟਸ ਲਾਈਕ ਪ੍ਰੈਸ਼ਰ ਕੁੱਕਰ, ਸਿਲੰਡਰ, ਫॉर them ਕੁਆਲਿਟੀ ਮੀਨਸ ਸੇਫਟੀ. ਕੋਈ ਵੀ ਇਲੈਕਟ੍ਰੋਨਿਕ ਪ੍ਰੋਡਕਟ ਜਾਂ ਤੁਹਾਡਾ ਕੋਈ ਇੱਦਾਂ ਦਾ ਪ੍ਰੋਡਕਟ ਆ ਜਿਹੜਾ ਕਿ ਆਪਾਂ ਕੰਜ਼ਿਊਮ ਕਰਦੇ ਹਾਂ, ਡੇਲੀ ਲਾਈਫ ਲਈ ਯੂਜ਼ ਕਰਦੇ ਹਾਂ, ਉਹਨਾਂ ਦਾ ਮੇਨ ਕੁਆਲਿਟੀ ਦਾ ਮਤਲਬ ਹੈ ਪ੍ਰੋਡਕਟ ਸੇਫ ਹੋਣਾ ਚਾਹੀਦਾ ਹੈ, ਕਿਸੇ ਤਰ੍ਹਾਂ ਦਾ ਕੋਈ ਵੀ ਇਲੈਕਟ੍ਰਿਕ ਸ਼ੌਕ ਵਗੈਰਾ ਨਾ ਲੱਗੇ. ਪ੍ਰੋਡਕਟ ਲਾਈਕ ਪਲਸਿਸ, ਮੈਡੀਸਿਨਸ, ਫॉर them ਕੁਆਲਿਟੀ ਮੀਨਸ ਪਿਓਰਿਟੀ, ਕਿ ਪਿਓਰ ਹੋਣਾ ਚਾਹੀਦਾ ਆ. To survive in the market for long run and to maintain the goodwill, the businessman must supply quality product at right price. ਅਗਰ ਕੋਈ ਬਿਜ਼ਨਸਮੈਨ ਚਾਹੁੰਦਾ ਆ ਕਿ ਉਹ ਮਾਰਕੀਟ ਦੇ ਵਿੱਚ ਲੌਂਗ ਟਾਈਮ ਲਈ ਸਰਵਾਈਵ ਕਰੇ, ਉਹਦਾ ਗੁੱਡਵਿਲ, ਉਹਦੀ ਰੈਪੋ ਸੋਸਾਇਟੀ ਦੇ ਵਿੱਚ ਬਣੀ ਰਹੇ, ਤੇ ਉਸ ਗੁੱਡਵਿਲ, ਉਸ ਇਮੇਜ ਨੂੰ ਬਣਾਉਣ ਲਈ ਬਿਜ਼ਨਸਮੈਨ ਦੀ ਇਹ ਸੋਸ਼ਲ ਰਿਸਪੌਂਸਿਬਿਲਿਟੀ ਆ ਕਿ ਉਹ ਕੁਆਲਿਟੀ ਪ੍ਰੋਡਕਟ ਜਿਹੜਾ ਆ ਰਾਈਟ ਪ੍ਰਾਈਸ 'ਤੇ, ਰਾਈਟ ਪ੍ਰਾਈਸ ਮੀਨਸ ਜਿਹੜਾ ਕਿ ਕੰਜ਼ਿਊਮਰ ਅਫੋਰਡ ਕਰ ਲੇ, ਰੀਜ਼ਨੇਬਲ ਪ੍ਰਾਈਸ ਹੋਏ, ਉਸ ਪ੍ਰਾਈਸ 'ਤੇ ਉਸ ਪ੍ਰੋਡਕਟ ਨੂੰ ਪ੍ਰੋਵਾਈਡ ਕਰਨਾ ਚਾਹੀਦਾ ਆ. ਸੋ ਦਿਸ ਇਜ਼ ਦਾ ਕੁਆਲਿਟੀ ਅਸ਼ੋਰੈਂਸ. ਮੀਨਸ ਕਿ ਇਹ ਸਾਰੇ ਜਿਹੜੇ ਆ ਤੁਹਾਡੇ ਡਿਜ਼ਾਇਰਡ ਕੁਆਲਿਟੀ ਪ੍ਰੋਡਕਟ ਤੋਂ ਰਿਲੇਟਿਡ ਨੇ. ਕੰਪਨੀ ਦੀ ਰੈਪੂਟੇਸ਼ਨ ਲਈ ਜ਼ਰੂਰੀ ਆ, ਨੂੰ ਪ੍ਰੋਜੈਕਟ ਲਈ ਜ਼ਰੂਰੀ ਆ, ਸੇਫਟੀ ਲਈ ਜ਼ਰੂਰੀ ਆ, ਮਨੀ ਸੇਵ ਰਹੇ, ਟਾਈਮ ਸੇਵ ਰਹੇ. ਨੈਕਸਟ ਇਜ਼ ਅਵੋਇਡੈਂਸ ਆਫ ਅਨਫੇਅਰ ਟ੍ਰੇਡ ਪ੍ਰੈਕਟਿਸਿਸ. ਕਈ ਟ੍ਰੇਡ ਮੀਨਸ ਜਿਹੜਾ ਆਪਾਂ ਵਪਾਰ ਕਰ ਰਹੇ ਹਾਂ, ਕੋਈ ਵੀ ਪ੍ਰੋਡਕਟ ਪਰਚੇਜ਼ ਜਾਂ ਸੇਲ ਕਰ ਰਹੇ ਹਾਂ, ਸੋ ਇਹ ਜਿਹੜਾ ਐਕਸਚੇਂਜ ਪ੍ਰੋਸੈਸ ਆ ਇਹ ਅਨਫੇਅਰ ਨਹੀਂ ਹੋਣਾ ਚਾਹੀਦਾ. ਅਨਫੇਅਰ ਮੀਨਸ ਆਪਾਂ ਕਹਿ ਦਿੰਦੇ ਕਿਸੇ ਦੇ ਨਾਲ ਨਾਇਨਸਾਫੀ ਨਾ ਹੋਏ. ਹੁਣ ਕਈ ਬਿਜ਼ਨਸਮੈਨ ਜਾਂ ਟ੍ਰੇਡਰਸ ਕੀ ਕਰਦੇ ਆ, ਅਨਫੇਅਰ ਟ੍ਰੇਡ ਪ੍ਰੈਕਟਿਸਿਸ ਫੋਲੋ ਕਰਦੇ ਆ. ਫॉर ਐਗਜ਼ਾਮਪਲ ਐਡਵਰਟੀਜ਼ਮੈਂਟ ਦੇ ਵਿੱਚ ਤੁਹਾਨੂੰ ਕੋਈ ਪ੍ਰੋਡਕਟ ਬਾਰੇ ਉਹਨਾਂ ਨੇ ਡਿਸਕ੍ਰਿਪਸ਼ਨ ਹੋਰ ਦਿੱਤਾ ਹੁੰਦਾ ਆ, ਇਹ ਪ੍ਰੋਡਕਟ 100% ਰਿਜ਼ਲਟ ਇਹਦਾ ਇੱਦਾਂ ਆ, ਇਹ ਪ੍ਰੋਡਕਟ ਇੰਨੇ ਜਰਮਸ ਕਿਲ ਕਰਦਾ ਆ, ਬਟ ਐਕਚੁਅਲ ਦੇ ਵਿੱਚ ਉਹ ਪ੍ਰੋਡਕਟ ਦੀ ਓਨੀ ਕੁਆਲਿਟੀ ਨਹੀਂ ਹੁੰਦੀ. ਸੋ unfair trade practices like the black marketing, adulteration, overcharging should be avoided. ਬਲੈਕ ਮਾਰਕੀਟਿੰਗ ਦਾ ਮਤਲਬ ਕੀ ਆ ਕਿ ਪ੍ਰੋਡਕਟ ਸ਼ੋਅ ਕਰ ਦਿੱਤਾ ਸਟਾਕ ਵਿੱਚ ਨਹੀਂ ਆ, ਬਟ ਉਹਨੂੰ ਆਪਾਂ ਆਊਟ ਆਫ ਸਟਾਕ ਸ਼ੋਅ ਕਰਕੇ ਉਹਨੂੰ ਵੱਧ ਰੇਟ 'ਤੇ ਸੇਲ ਆਊਟ ਕਰ ਰਹੇ ਹਾਂ. ਐਡਲਟਰੇਸ਼ਨ ਮੀਨਸ ਪ੍ਰੋਡਕਟ ਦੀ ਕੁਆਲਿਟੀ ਨੂੰ ਰਿਡਿਊਸ ਕਰ ਦੇਣਾ, ਜਾਂ ਫਿਰ ਓਵਰ ਚਾਰਜਿੰਗ ਕਿ ਪ੍ਰੋਡਕਟ ਦੇ ਪ੍ਰਾਈਸ ਤੋਂ ਵੱਧ ਰੇਟ ਚਾਰਜ ਕਰਨਾ. ਸੋ ਵਿਦ ਅਗਰ ਇਹ ਪ੍ਰੈਕਟਿਸਿਸ ਬਿਜ਼ਨਸਮੈਨ ਫੋਲੋ ਕਰ ਰਿਹਾ, ਵਿਦ ਫੋਲੋਇੰਗ ਦਿਸ ਪ੍ਰੈਕਟਿਸਿਸ ਆ ਬਿਜ਼ਨਸਮੈਨ ਲੂਜ਼ਿਜ਼ ਹਿਜ਼ ਰੈਪੂਟੇਸ਼ਨ. ਉਹਦੀ ਆਪਣੀ ਰੈਪੂਟੇਸ਼ਨ ਜਿਹੜੀ ਆ ਉਹ ਘੱਟ ਜਾਂਦੀ ਆ. ਪਲੱਸ ਅਗਰ ਉਹ ਇੱਦਾਂ ਦੀ ਐਕਟੀਵਿਟੀ ਕਰਦਾ ਆ ਅਤੇ ਅੰਡਰ ਦੀ ਲਾਅ ਉਹ ਪਨਿਸ਼ੇਬਲ ਵੀ ਹੁੰਦਾ ਆ. ਹੁਣ ਪਨਿਸ਼ਮੈਂਟ ਚਾਹੇ ਉਹ ਫਾਈਨ ਦੇ ਫਾਰਮ 'ਚ ਹੋ ਸਕਦੀ ਆ ਜਾਂ ਫਿਰ ਇਨ ਦਾ ਫਾਰਮ ਆਫ ਇੰਪ੍ਰਿਜ਼ਨਮੈਂਟ, ਮੀਨਸ ਕਿਸੇ ਟਾਈਪ ਦੀ ਕੋਈ ਸਜ਼ਾ ਵਗੈਰਾ ਹੋ ਸਕਦੀ ਉਹਨੂੰ. ਸੋ ਅਗਰ ਬਿਜ਼ਨਸਮੈਨ ਚਾਹੁੰਦਾ ਆ ਕਿ ਉਹ ਇਹ ਆਪਣੇ ਬਿਜ਼ਨਸ ਦੀ ਇਮੇਜ ਨੂੰ ਬਣਾਉਣਾ ਚਾਹੁੰਦਾ ਆ, ਦੈਨ ਉਹਦੇ ਲਈ ਜ਼ਰੂਰੀ ਆ ਕਿ ਉਹ ਸੁਸਾਇਟੀ ਦੀ ਲਈ, ਕਸਟਮਰ ਦੇ ਲਈ ਅਨਫੇਅਰ ਟ੍ਰੇਡ ਪ੍ਰੈਕਟਿਸਿਸ ਨਾ ਕਰੇ, ਤਾਂ ਕਿ ਉਹਦੀ ਇਮੇਜ ਵੀ ਬਣੀ ਰਹੇ, ਰੈਪੋ ਬਣੀ ਰਹੇ, ਐਂਡ ਪਲੱਸ ਉਹ ਵੱਧ ਤੋਂ ਵੱਧ ਪ੍ਰੋਫਿਟ ਅਰਨ ਕਰੇ. ਫॉर ਐਗਜ਼ਾਮਪਲ ਸੈਨੀਟਾਈਜ਼ਰ. ਹੁਣ ਜਿੱਦਾਂ ਤੁਹਾਨੂੰ ਪਤਾ ਜਿਹੜਾ ਇਨਵਾਇਰਮੈਂਟ ਚੱਲ ਰਿਹਾ, ਸੈਨੀਟਾਈਜ਼ਰ ਦੀ ਕਿੰਨੀ ਜ਼ਰੂਰਤ ਸੀਗੀ, ਬਟ ਕਿਸੇ ਵੀ ਰਿਟੇਲਰ ਦੇ ਕੋਲ ਅਵੇਲੇਬਲ ਨਹੀਂ ਸੀਗਾ, ਬਟ ਇਟ ਵਾਜ਼ ਅਵੇਲੇਬਲ ਐਟ ਦਾ
ਬਲੈਕ ਮਾਰਕੀਟ ਪ੍ਰਾਈਸ ਮੀਨਸ ਬਲੈਕ ਮਾਰਕੀਟਿੰਗ ਕਰਦੇ ਪਏ ਸੀਗੇ ਕਿ 40 ਰੁਪੀਜ਼ ਦਾ ਸੈਨੀਟਾਈਜ਼ਰ ਤੁਹਾਨੂੰ 150 200 250 ਚਾਰਜ 'ਤੇ ਉਹਨਾਂ ਨੇ ਸੇਲ ਆਊਟ ਕੀਤਾ ਆ। ਨੈਕਸਟ ਇਜ਼ ਦੀ ਇੰਪਲੋਇਮੈਂਟ ਜਨਰੇਸ਼ਨ। ਇੰਪਲੋਇਮੈਂਟ ਇਜ਼ ਅ ਮੇਜਰ ਪ੍ਰੋਬਲਮ ਫॉर एवरी सोसाइटी। ਨਾਓ ਸਭ ਤੋਂ ਜ਼ਿਆਦਾ ਆਪਣੇ ਸਪੈਸ਼ਲੀ ਇਨ ਡਿਵੈਲਪਿੰਗ ਕੰਟਰੀ ਇੰਪਲੋਇਮੈਂਟ ਜਿਹੜਾ ਆ ਇੱਕ ਅਨਇੰਪਲੋਇਮੈਂਟ ਮੇਜਰ ਪ੍ਰੋਬਲਮ ਬਣਦਾ ਜਾ ਰਿਹਾ ਆ। ਸੋ ਬਿਜ਼ਨਸਮੈਨ ਲਈ ਜ਼ਰੂਰੀ ਆ ਕਿ ਉਹ ਇੰਪਲੋਇਮੈਂਟ ਓਪਰਚੁਨਿਟੀਜ਼ ਪ੍ਰੋਵਾਈਡ ਕਰੇ ਆਪਣੇ ਇੰਪਲੋਈਜ਼ ਨੂੰ, ਪਲੱਸ ਜਿਹੜੇ ਅਨਇੰਪਲੋਇਡ ਪਰਸਨਸ ਨੇ, ਕੋਈ ਡਿਸੇਬਲਡ ਪਰਸਨਸ ਨੇ, ਕੋਈ ਹੈਂਡੀਕੈਪ ਪਰਸਨਸ ਆ ਜਾਂ ਫਿਰ ਕੋਈ ਪੂਅਰ ਪੀਪਲ ਨੇ ਜਿਨ੍ਹਾਂ ਨੂੰ ਜ਼ਰੂਰਤ ਆ। ਸੋ ਬਿਜ਼ਨਸਮੈਨ ਇਸ ਪ੍ਰੋਬਲਮ ਤੋਂ ਉਹਨਾਂ ਨੂੰ ਬਾਹਰ ਕੱਢ ਸਕਦਾ ਆ। ਕੋਈ ਆਪਣੀ ਸਮੋਲ ਇੰਡਸਟਰੀਜ਼ ਵਗੈਰਾ ਇਸਟੈਬਲਿਸ਼ ਕਰਕੇ ਅਨਇੰਪਲੋਇਡ ਪਰਸਨਸ ਨੂੰ ਵਰਕ ਦੇ ਸਕਦੇ ਆ, ਉਹਨਾਂ ਨੂੰ ਹਾਇਰ ਕਰ ਸਕਦੇ ਆ। ਪਲੱਸ ਜਿਹੜੇ ਪ੍ਰੈਜ਼ੈਂਟ ਇੰਪਲੋਈਜ਼ ਉਹਨਾਂ ਦੇ ਕੰਪਨੀ ਦੇ ਵਿੱਚ ਵਰਕ ਕਰ ਰਹੇ ਆ, ਉਹਨਾਂ ਨੂੰ ਟ੍ਰੇਨਿੰਗ ਵੀ ਪ੍ਰੋਵਾਈਡ ਕੀਤੀ ਜਾ ਸਕਦੀ ਆ ਤਾਂ ਕਿ ਉਹ ਵੀ ਅਪਡੇਟ ਰਹਿਣ। ਠੀਕ ਆ। ਐਂਡ ਜਦੋਂ ਵੀ ਕੋਈ ਜੋਬ ਵਗੈਰਾ ਉਹਨਾਂ, ਕਿਉਂਕਿ ਟਾਈਮ ਦੇ ਨਾਲ ਟੈਕਨੋਲੋਜੀ ਚੇਂਜ ਹੋ ਰਹੀਆਂ ਆ, ਸੋ ਉਸ ਪਰਟੀਕੂਲਰ ਵੈਕੈਂਸੀ ਲਈ ਜੋਬ ਲਈ ਉਹ ਜਿਹੜੇ ਨੇ ਐਲੀਜੀਬਲ ਹੋਣ, ਇਸ ਕਰਕੇ ਆਪਣੇ ਇੰਪਲੋਈਜ਼ ਨੂੰ ਟ੍ਰੇਨਿੰਗ ਪ੍ਰੋਵਾਈਡ ਕਰਨਾ ਵੀ ਇੰਪੋਰਟੈਂਟ ਆ। Next is the social service. The large companies can help in social service programs. ਹੁਣ ਕਈ ਇੱਦਾਂ ਦੇ ਇੰਸਟੀਟਿਊਸ਼ਨਸ ਨੇ, ਕਈ ਇੱਦਾਂ ਦੇ ਪ੍ਰੋਗਰਾਮਸ ਨੇ ਜਿਹੜੇ ਕਿ NGO ਰਨ ਕਰ ਰਿਹਾ ਜਾਂ ਗਵਰਨਮੈਂਟ ਰਨ ਕਰ ਰਹੀ ਆ। ਸੋ ਬਿਜ਼ਨਸਮੈਨ ਜਿਨ੍ਹਾਂ ਦੇ ਕੋਲ ਸਫੀਸ਼ੀਐਂਟ ਪ੍ਰੋਫਿਟ ਆ, ਉਹ ਆਪਣਾ ਉਹਦੇ ਵਿੱਚ ਸ਼ੇਅਰ ਪ੍ਰੋਵਾਈਡ ਕਰਕੇ ਇਨਵੋਲਵ ਹੋ ਕੇ ਉਹਨਾਂ ਦੀ ਹੈਲਪ ਕਰ ਸਕਦੇ ਆ। ਪ੍ਰੋਜੈਕਟਸ ਵਗੈਰਾ ਕੋਈ ਇੱਦਾਂ ਦੇ ਲੈ ਸਕਦੇ ਆ ਜਿਹਦੇ ਵਿੱਚ ਉਹ ਕੁਛ ਨਾ ਕੁਛ ਡੋਨੇਸ਼ਨ ਜਾਂ ਐਜ਼ ਅ ਚੈਰਿਟੀ ਫੰਡ ਪ੍ਰੋਵਾਈਡ ਕਰ ਪਾਉਣ, ਜਿਹਦੇ ਨਾਲ ਕੰਪਨੀ ਦੀ ਇੱਕ ਤਾਂ ਇਮੇਜ ਇੰਪਰੂਵ ਹੁੰਦੀ ਆ, ਇੱਕ ਰੈਪੋ ਇੰਪਰੂਵ ਹੁੰਦੀ ਆ, ਉਹਨਾਂ ਦਾ ਇੰਪ੍ਰੈਸ਼ਨ ਜਿਹੜਾ ਹੈ ਸੋਸਾਇਟੀ 'ਤੇ ਵਧੀਆ ਪੈਂਦਾ ਆ। ਨੈਕਸਟ ਇਜ਼ ਦੀ ਅਵੋਇਡੈਂਸ ਆਫ ਪੋਲਿਊਸ਼ਨ। ਨਾਓ ਦ ਬਿਜ਼ਨਸਮੈਨ ਮਸਟ ਅਡੋਪਟ ਫਰੈਂਡਲੀ ਟੈਕਨੀਕਸ। ਤੁਹਾਨੂੰ ਵੀ ਪਤਾ ਅੱਜ ਦੇ ਟਾਈਮ ਦੇ ਵਿੱਚ ਇੰਡਸਟਰੀਜ਼ ਦੇ ਹੀ ਥਰੂ ਕਾਫੀ ਜ਼ਿਆਦਾ ਪੋਲਿਊਸ਼ਨ ਕ੍ਰੀਏਟ ਹੋ ਰਿਹਾ ਆ। ਕੋਈ ਮਤਲਬ ਕੋਈ ਜ਼ਿਆਦਾ ਵੇਸਟ ਮਟੀਰੀਅਲ ਆ ਉਹ ਲੇਕਸ ਵਿੱਚ ਉਹ ਆਪਣਾ ਥਰੂ ਆਊਟ ਕਰ ਦਿੰਦੇ ਆ, ਜਾਂ ਕੋਈ ਪੋਲਿਊਸ਼ਨ ਆ, ਕੋਈ ਸਮੋਕ ਆ ਉਹ ਚਿਮਨੀਜ਼ ਤੋਂ ਨਿਕਲ ਰਿਹਾ ਆ। ਸੋ ਡਿਊ ਟੂ ਦ ਇੰਡਸਟਰੀਜ਼ ਓਨਲੀ ਦ ਪੋਲਿਊਸ਼ਨ ਇਜ਼ ਇੰਕਰੀਜ਼ਿੰਗ ਐਟ ਅ ਵੈਰੀ ਵਾਸਟ ਰੇਟ। So businessman there is responsibility, and it is a part of social responsibility that it should use friendly techniques, and they should drain the waste material in such a way that these do not pollute the environment. It becomes the moral duty of the businessman to come forward and help in the problem of the pollution. So I hope it is very clear to everyone the social objectives of a businessman. Thanks and have a nice day.